ਮੈਨੂੰ ਇੱਕ ਸੁਭਾਗਿਆ ਸੀ ਕਿ ਮੈਂ 10 ਸਾਲ ਅਫਰੀਕਾ ਰਿਹਾ ਤੇ 10 ਸਾਲ ਮੈਂ ਅਫਰੀਕਾ ਚਲਾਇਆ ਮਿਨਿਸਟਰੀ ਤੋਂ ਮੈਨੂੰ ਕਾਫੀ ਤਜਰਬਾ ਸੀ ਅਫਰੀਕਾ ਦਾ, ਜੋ ਸਾਰਾ ਮੈਂ ਨਿਸਾਰ ਕਰਕੇ ਇਹ ਬੁੱਕ ਵਿੱਚ ਲਿਖਿਆ। ਜਿਹੜੇ ਇੰਡੀਅਨ ਡਾਇਸਪੋਰਾ ਗੁਰਦੁਆਰੇ ਨੇ, ਮੰਦਿਰ ਨੇ, ਜਦੋਂ ਇਹ ਉੱਥੇ ਖੁੱਲੇ ਸਾਡੀ ਆਜ਼ਾਦੀ ਤੋਂ ਪਹਿਲੇ, ਇਹਨਾਂ ਨੇ ਬੜੇ ਚੰਗੇ ਉੱਥੇ ਹਸਪੀਟਲ ਤੇ ਸਕੂਲ ਤੇ ਕਾਲਜ ਖੋਲ੍ਹੇ। ਪੰਜਾਬ ਤੋਂ ਕਈ ਟੀਚਰ ਗਏ ਉੱਥੇ ਅਫਰੀਕਾ ਵੀ, ਉਹਨਾਂ ਨੇ ਬੜੀ ਤਾਕਤ ਜਮਾਈ ਕਿ ਸਾਰੇ ਬੱਚੇ ਤੇ ਪ੍ਰੋਫੈਸਰ ਉਹਨਾਂ ਦੇ ਸਕੂਲ ਟੀਚਰ ਇੰਡੀਅਨ ਸਨ। ਮੈਂ ਇਟਲੀ ਵਿੱਚ ਰਹਿ ਚੁੱਕਾ, ਜਰਮਨੀ ਵਿੱਚ ਰਹਿ ਚੁੱਕਾ, ਉੱਥੇ ਬਹੁਤ ਪੰਜਾਬ ਦੇ ਲੋਕ ਸਨ, ਉਹ ਆਉਂਦੇ ਸਨ, ਉੱਥੇ ਕੰਮ ਕਰਦੇ ਸਨ, ਉਹਨਾਂ ਨੇ ਚੰਗਾ ਨਾਂ ਕਮਾਇਆ ਸੀ, ਉਹ ਬਦਮਾਸ਼ੀ ਨਹੀਂ ਕਰਦੇ ਸੀ। ਆਈ ਥਿੰਕ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਐਂਬੈਸਡਰ ਗੁਰਜੀਤ ਸਿੰਘ ਜੀ, ਜਿਨ੍ਹਾਂ ਨੇ ਇੰਨੇ ਮੁਲਕਾਂ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਐਜ਼ ਐਂਬੈਸਡਰ, ਐਂਡ ਉਹ ਅੱਜ ਸਾਡੇ ਵਿੱਚ ਆਏ ਨੇ, ਐਂਡ ਇਟਸ ਅ ਬਿਗ ਆਨਰ ਫॉर ਅਸ। ਐਜ਼ ਅ ਡਿਪਲੋਮੈਟ ਹਮੇਸ਼ਾ ਇਹੋ ਕੋਸ਼ਿਸ਼ ਕੀਤੀ ਕਿ ਅਸੀਂ ਨੀਚ ਨਾ ਆਈਏ, ਅਸੀਂ ਭਾਰਤ ਦਾ ਨਾਂ ਬਰਾਬਰੀ ਤੇ ਰੱਖੀਏ। ਤੇ ਜਦੋਂ ਇਹ ਬੁੱਕ ਲਾਂਚ ਹੋਈ ਸੀ ਬਰਲਿਨ ਵਿੱਚ, ਮੇਰੇ ਨਾਲ ਬੜੇ ਉਮਦਾ ਜਰਮਨ ਖੜੇ ਹੋਏ ਜਿਨ੍ਹਾਂ ਨੇ ਇਹ ਕਿਤਾਬ ਵੀ ਲਿਖੇ ਸੀ, ਤੇ ਬਾਕੀ ਲੋਕ ਹੱਕੇ ਬੱਕੇ ਰਹਿ ਗਏ ਕਿ ਇੰਨੇ ਜਰਮਨ ਵੱਡੇ ਤੁਹਾਡੇ ਨਾਲ ਖੜੇ ਹੋ ਗਏ ਇੱਥੇ ਆ ਕੇ। ਮੈਂ ਕਿਹਾ ਇਹ ਸਾਡੀ ਬਰਾਬਰੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਜੇ ਅਸੀਂ ਗੱਲ ਕਰੀਏ ਬੁੱਕਸ ਦੀ, ਕਿਤਾਬਾਂ ਦੀ, ਤੇ ਕਿਤਾਬਾਂ ਜਿਹੜੀਆਂ ਨੇ ਸਾਨੂੰ ਹਰ ਚੀਜ਼ ਤੋਂ ਜਾਣੂ ਕਰਵਾਉਂਦੀਆਂ ਨੇ, ਤੇ ਅੱਜ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਜੀ, ਜਿਨ੍ਹਾਂ ਨੇ ਕੁਝ ਕਿਤਾਬਾਂ ਲਿਖੀਆਂ ਨੇ ਤੇ ਉਸ ਨੂੰ ਲਾਂਚ ਕਰਨ ਲਈ ਅੱਜ ਇੱਥੇ ਪਹੁੰਚੇ ਨੇ ਲੁਧਿਆਣੇ, ਤੇ ਉਸ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਆਪਣੀ ਬੁੱਕਸ ਬਾਰੇ ਕੁਝ ਸਾਨੂੰ ਦੱਸੋ। ਇਹ ਮੇਰੀ ਬੁੱਕ ਲੇਟੈਸਟ ਬੁੱਕ ਹੈ, ਹਰਾਮਬੇ ਫੈਕਟਰ। ਇਹ ਇਸ ਸਾਲ ਰਿਲੀਜ਼ ਹੋਈ ਹੈ। ਇਹ ਹੈਗੀ ਹੈ ਇੰਡੀਆ ਤੇ ਅਫਰੀਕਾ ਦੇ ਸੰਬੰਧ ਬਾਰੇ। ਇਹ ਮੇਰੀ 5ਵੀਂ ਕਿਤਾਬ ਹੈ। ਮੈਂ ਕੋਸ਼ਿਸ਼ ਕੀਤੀ ਆਪਣੇ ਕਰੀਅਰ ਵਿੱਚ ਕਿ ਜਿੱਥੇ ਜਿੱਥੇ ਮੈਂ ਐਮਬੈਸੀ ਵਿੱਚ ਕੰਮ ਕੀਤਾ, ਜੋ ਤਜਰਬਾ ਆਪਣਾ ਇਕੱਠਾ ਕੀਤਾ, ਉਹਨੂੰ ਇੱਕ ਕਿਤਾਬ ਵਿੱਚ ਲਿਖਿਆ ਕਿ ਅੱਗੇ ਜਾ ਕੇ ਜਿਹੜੇ ਬਿਜ਼ਨਸਮੈਨ ਨੇ, ਸਟੂਡੈਂਟਸ ਨੇ, ਉਹਨਾਂ ਨੂੰ ਥੋੜ੍ਹਾ ਆਪਣਾ ਤਜਰਬਾ ਵੰਡ ਕੇ ਉਹਨਾਂ ਤੋਂ ਸ਼ਾਇਦ ਫਾਇਦਾ ਹੋ ਜਾਏ। ਤੇ ਚੰਗੀ ਰਿਵਿਊਜ਼ ਆਈਆਂ। ਤੇ ਇਹ ਪਹਿਲੀ ਕਿਤਾਬ ਹੈ ਜੋ ਮੈਂ ਰਿਟਾਇਰਮੈਂਟ ਦੇ ਬਾਅਦ ਲਿਖੀ ਹੈ। ਤੋ ਦਿਸ ਇਜ਼ ਨਾਟ ਡਿਊਰਿੰਗ ਮਾਈ ਸਰਵਿਸ। ਤੇ ਇਹ ਕਿਤਾਬ ਸਭ ਨਾਲੋਂ ਮੋਟੀ ਵੀ ਹੈ, 500 ਪੇਜ ਦੀ, ਵੇਟੀ ਮੋਟੀ ਪਤਾ। ਸੋ ਬਟ ਇਟ ਇਜ਼ ਕੁਆਇਟ ਅ ਸਕਸੈਸਫੁਲ ਬੁੱਕ, ਕਿਉਂਕਿ ਹੈ ਤੇ ਅਫਰੀਕਾ ਬਾਰੇ। ਤੇ ਪਹਿਲੇ ਲੋਕ ਸਮਝਦੇ ਸਨ ਕੌਣ ਖਰੀਦੇਗਾ, ਲੇਕਿਨ ਲਾਂਚ ਦੇ ਪਹਿਲੇ ਹੀ ਐਮਾਜ਼ੋਨ ਤੇ ਸੋਲਡ ਆਊਟ ਹੋ ਗਈ। ਤੋ ਲੇਕਿਨ ਲੋਕਾਂ ਨੂੰ ਇੰਟਰਸਟ ਹੈ, ਤੇ ਹੁਣ ਬੁੱਕ ਇਹ ਸੈਕੰਡ ਰੀਪ੍ਰਿੰਟ ਵਿੱਚ ਚਲੀ ਗਈ ਹੈ। ਜਿੱਦਾਂ ਦੇਖਦੇ ਹਾਂ ਅਸੀਂ ਬੁੱਕਸ ਜਿਹੜੀਆਂ ਨੇ, ਪਹਿਲੇ ਵੀ ਜਿਵੇਂ ਕਿਹਾ, ਜਾਣੂ ਕਰਵਾਉਣੀਆਂ ਸਾਨੂੰ ਅਲੱਗ-ਅਲੱਗ ਚੀਜ਼ਾਂ ਤੋਂ, ਤੇ ਸ਼ਾਇਦ ਇਹੀ ਇੱਕ ਕਾਰਨ ਹੋਏਗਾ ਕਿ ਅਫਰੀਕਾ ਦੇ ਬਾਰੇ ਤੁਸੀਂ ਲਿਖਿਆ। ਇਹਦੇ ਵਿੱਚ ਇੱਕ ਇਹ ਵੀ ਰੀਜ਼ਨ ਰਿਹਾ ਕਿ ਲੋਕ ਇਸ ਨੂੰ ਜਾਣਨਾ ਚਾਹੁੰਦੇ ਸੀ ਸਭ ਤੋਂ ਜ਼ਿਆਦਾ, ਤਾਂ ਯਾਰ ਇੱਕ ਤੇ ਹੈ ਇਨਕੁਇਜ਼ਿਟਿਵਨੈਸ ਨੂੰ, ਇਹ ਸਭ ਜਾਣਦੇ ਵੀ ਕੀ ਲਿਖਿਆ। ਕੋਈ ਕਹਿੰਦਾ ਜੀ ਹਰਾਮਬੇ ਕੀ ਹੁੰਦਾ, ਮੈਂ ਕਿਤਾਬ ਦੇਖਾਂ, ਲੇਕਿਨ ਬਹੁਤ ਸਾਰੇ ਸਟੂਡੈਂਟਸ ਤੇ ਬਿਜ਼ਨਸਮੈਨ ਨੇ ਜੋ ਅਫਰੀਕਾ ਨੂੰ ਜਾਣਦੇ ਨੇ, ਲੇਕਿਨ ਉਹਨਾਂ ਕੋਲ ਪੂਰੀ ਜਾਣਕਾਰੀ ਨਹੀਂ ਸੀ। ਤੇ ਉਹ ਹਮੇਸ਼ਾ ਕਹਿੰਦੇ ਸਨ ਸਾਨੂੰ ਐਕਿਊਰੇਟ ਜਾਣਕਾਰੀ ਚਾਹੀਦੀ। ਹੁਣ ਮੈਨੂੰ ਇੱਕ ਸੁਭਾਗਿਆ ਸੀ ਕਿ ਮੈਂ 10 ਸਾਲ ਅਫਰੀਕਾ ਰਿਹਾ ਤੇ 10 ਸਾਲ ਮੈਂ ਅਫਰੀਕਾ ਚਲਾਇਆ ਮਿਨਿਸਟਰੀ ਤੋਂ ਮੈਨੂੰ ਕਾਫੀ ਤਜਰਬਾ ਸੀ ਅਫਰੀਕਾ ਦਾ, ਜੋ ਸਾਰਾ ਮੈਂ ਨਿਸਾਰ ਕਰਕੇ ਇਹ ਬੁੱਕ ਵਿੱਚ ਲਿਖਿਆ। ਤੋ ਇਹਦੇ 'ਚੋਂ ਐਕਿਊਰੇਟ ਇਨਫੋਰਮੇਸ਼ਨ ਹੈ, ਇਨਫੋਰਮੇਸ਼ਨ ਵੈਲ ਰਿਸਰਚਡ ਹੈ। ਤੋ ਐਸੇ ਜੋ ਹੁਣ ਅੱਗੇ ਰਿਸਰਚ ਕਰਨਾ ਚਾਹੇਗਾ ਉਹਨਾਂ ਨੂੰ ਇਹ ਬੁੱਕ ਦਾ ਬੜਾ ਫਾਇਦਾ ਹੋਏਗਾ। ਆਲਰੇਡੀ ਬਾਹਰੋਂ ਕਈ ਯੂਨੀਵਰਸਿਟੀ ਤੋਂ, ਫੋਰਨ ਯੂਨੀਵਰਸਿਟੀ ਤੋਂ ਹੁਣ ਮੇਰੇ ਨਾਲ ਲੋਕ ਸੰਪਰਕ ਵਿੱਚ ਨੇ ਕਿ ਤੁਹਾਡੀ ਬੁੱਕ ਅਸੀਂ ਦੇਖੀ ਤੇ ਅਸੀਂ ਇਹਦੇ ਵਿੱਚ ਤੁਹਾਨੂੰ ਕੁਐਸਚਨ ਕਰਨਾ ਚਾਹੁੰਦੇ ਹਾਂ, ਕਿਉਂਕਿ ਮੈਂ ਤਾਂ ਪਰਸਪੈਕਟਿਵ ਦਿੱਤਾ ਇੰਡੀਆ ਦਾ। ਤੇ ਮੈਂ ਦੱਸਿਆ ਕਿ ਅਸੀਂ ਚੀਨ ਤੋਂ ਕਿਉਂ ਫਰਕ ਆ, ਕਿੰਝ ਫਰਕ ਆ, ਜੋ ਪਹਿਲੇ ਕਿਸੇ ਨੇ ਦੱਸਿਆ ਨਹੀਂ। ਸਰ, ਜਿੱਦਾਂ ਇੰਗਲਿਸ਼ ਦੇ ਵਿੱਚ ਲਿਖੀ ਹੋਈ ਹੈ ਸਾਰੀ ਬੁੱਕਸ ਇੰਗਲਿਸ਼ ਵਿੱਚ। ਤੇ ਉਸ ਤੋਂ ਬਾਅਦ ਸਰ, ਕੀ ਲੋਕਾਂ ਦੇ ਵਿੱਚ, ਕੀ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਹਿੰਦੀ ਜਾਂ ਪੰਜਾਬੀ ਦੇ ਵਿੱਚ ਵੀ ਲੋਕਾਂ ਨੂੰ ਇੰਟਰਸਟ ਹੈਗਾ ਕਿ ਅਸੀਂ ਇੰਟਰਸਟ ਲੈ ਕੇ ਪੜ੍ਹ ਸਕੀਏ, ਤੇ ਹਿੰਦੀ ਜਾਂ ਪੰਜਾਬੀ ਦੇ ਵਿੱਚ ਵੀ ਸਾਨੂੰ ਦੇਖਣ ਨੂੰ? ਇਹ ਡਿਸੀਜਨ ਮੇਰੀ ਨਹੀਂ ਹੈ। ਮੈਨੂੰ ਤਾਂ ਬੜੀ ਖੁਸ਼ੀ ਹੋਏਗੀ ਅਗਰ ਪੰਜਾਬੀ ਵਿੱਚ, ਹਿੰਦੀ ਵਿੱਚ ਆਏ, ਲੇਕਿਨ ਇਹ ਪਬਲਿਸ਼ਰ ਦੇਖਦੇ ਨੇ ਕਿ ਮੇਰੀ ਕਿੰਨੀ ਕੁ ਕਿਤਾਬਾਂ ਵਿਕਣਗੀਆਂ। ਤੇ ਅਗਰ ਹੁਣ ਤੁਹਾਡੇ ਜ਼ਰੀਏ ਲੋਕਾਂ ਨੂੰ ਪਤਾ ਚੱਲੇ ਕਿ ਕੋਈ ਪਬਲਿਸ਼ਰ ਅੱਗੇ ਆਏ ਕਿ ਮੈਂ ਪੰਜਾਬੀ ਵਿੱਚ ਕਰਨਾ ਚਾਹੁੰਦਾ, ਕੰਮ ਕਰਾਂਗਾ, ਮੈਨੂੰ ਤਾਂ ਬੜੀ ਖੁਸ਼ੀ ਹੋਏਗੀ ਅਗਰ ਬੁੱਕ ਪੰਜਾਬੀ ਵਿੱਚ ਆਏ। ਸਰ, ਹੋਰ ਜੇ ਅਸੀਂ ਗੱਲ ਕਰਦੇ ਹਾਂ ਕਿ ਇਸ ਦੇ ਵਿੱਚ ਛੋਟਾ ਜਿਹਾ ਇੱਕ ਬਰੀਫ ਦੱਸਣਾ ਹੋਵੇ ਤੇ ਕਿਸ ਤਰ੍ਹਾਂ ਦੇ ਰਿਲੇਸ਼ਨ ਰਹੇ, ਹੈ ਨਾ, ਕਿਸ ਤਰ੍ਹਾਂ ਦੀਆਂ ਚੀਜ਼ਾਂ ਰਹੀਆਂ, ਇਸ ਨੂੰ ਕਿਸ ਤਰ੍ਹਾਂ ਇੱਕ ਛੋਟਾ ਜਿਹਾ ਬਰੀਫ? ਤੋ ਸਭ ਲੋਕ ਸਮਝਦੇ ਨੇ ਕਿ ਅਫਰੀਕਾ ਨਾਲ ਜੋ ਰਿਲੇਸ਼ਨਸ਼ਿਪ ਹੈ ਉਹ ਇੱਕ ਤੇ ਯੂਰਪੀਅਨ ਕੰਟਰੀ ਦਾ, ਇੱਕ ਚੀਨ ਦਾ ਹੈ, ਲੇਕਿਨ ਉਹ ਭੁੱਲ ਜਾਂਦੇ ਨੇ ਕਿ ਸਾਡਾ ਰਿਲੇਸ਼ਨਸ਼ਿਪ ਤੇ ਸਦੀਆਂ ਪੁਰਾਣਾ ਹੈ।
15ਵੀਂ ਸਦੀ 16ਵੀਂ ਸਦੀ ਕਈਆਂ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਜਦੋਂ ਤਾਜ ਮਹਿਲ ਬਣ ਰਿਹਾ ਸੀ ਇੰਡੀਆ ਵਿੱਚ, ਉਸ ਵੇਲੇ ਇਥੋਪੀਆ ਵਿੱਚ ਇੰਡੀਅਨ ਇੰਜੀਨੀਅਰ ਟੈਂਪਲਸ ਐਂਡ ਚਰਚਿਸ ਬਣਾ ਰਹੇ ਸਨ। ਤੇ ਸਾਡਾ ਤਾਂ ਬੜਾ ਪੁਰਾਣਾ, ਉਦੋਂ ਕਿੱਥੇ ਚੀਨ ਸੀ, ਕਿੱਥੇ ਫਰਾਂਸ ਸੀ, ਤੇ ਸਾਡਾ ਬੜਾ ਪੁਰਾਣਾ ਰਿਸ਼ਤਾ ਹੈ ਟ੍ਰੇਡ ਦਾ ਤੇ ਕਲਚਰ ਦਾ। ਤੇ ਮੇਨ ਥਿੰਗ ਇਜ਼ ਕਿ ਇੰਡੀਆ ਤੇ ਅਫਰੀਕਾ ਦਾ ਜੋ ਰਿਸ਼ਤਾ ਹੈ ਉਹ ਪੀਪਲ ਟੂ ਪੀਪਲ ਹੈ, ਲੋਕਾਂ ਦਾ ਰਿਸ਼ਤਾ ਹੈ। ਸਰਕਾਰਾਂ ਤੇ ਬਾਅਦ ਵਿੱਚ ਆਈਆਂ, ਤੇ ਸਰਕਾਰਾਂ ਜਦੋਂ ਆਈਆਂ ਉਹਨਾਂ ਨੇ ਫਿਰ ਜੇ ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਫੋਲੋ ਕੀਤੀ। ਤੇ ਜਿਹੜੇ ਇੰਡੀਅਨ ਡਾਇਸਪੋਰਾ ਗੁਰਦੁਆਰੇ ਨੇ, ਮੰਦਿਰ ਨੇ, ਜਦੋਂ ਇਹ ਉੱਥੇ ਖੁੱਲੇ ਸਾਡੀ ਆਜ਼ਾਦੀ ਤੋਂ ਪਹਿਲੇ, ਇਹਨਾਂ ਨੇ ਬੜੇ ਚੰਗੇ ਉੱਥੇ ਹਸਪੀਟਲ ਤੇ ਸਕੂਲ ਤੇ ਕਾਲਜ ਖੋਲ੍ਹੇ। ਤੇ ਜੋ ਉਹਨਾਂ ਨੇ ਉੱਥੇ ਮਿਸਾਲ ਕਾਇਮ ਕੀਤੀ ਉਹ ਬੜੀ ਫਾਇਦੇਮੰਦ ਰਹੀ। ਪੰਜਾਬ ਤੋਂ ਕਈ ਟੀਚਰ ਗਏ ਉੱਥੇ ਅਫਰੀਕਾ ਵਿੱਚ, ਉਹਨਾਂ ਨੇ ਬੜੀ ਤਾਕਤ ਜਮਾਈ ਕਿ ਸਾਰੇ ਬੱਚੇ ਤੇ ਪ੍ਰੋਫੈਸਰ ਉਹਨਾਂ ਦੇ ਸਕੂਲ ਟੀਚਰ ਇੰਡੀਅਨ ਸਨ, ਇੰਡੀਆ ਤੋਂ, ਖਾਸ ਕਰ ਪੰਜਾਬ ਤੋਂ, ਕੇਰਲਾ ਤੋਂ, ਗੋਆ ਤੋਂ। ਤੇ ਇੱਕ ਵਾਰੀ ਤੁਸੀਂ ਬੱਚਿਆਂ ਦੇ ਮਨ ਵਿੱਚ ਬਹਿ ਜਾਓ ਕਿ ਫਿਰ ਤੇ ਕੋਈ ਭੁੱਲਦਾ ਨਹੀਂ ਨਾ। ਹੁਣ ਉਹ ਜੀ ਬੈਠਕ ਕੋਈ ਅਮਰੀਕਨ ਦੀ, ਕੋਈ ਯੂਰਪ ਦੀ, ਕੋਈ ਚੀਨ ਦੀ ਤੇ ਹੈ ਨਹੀਂ, ਅਸੀਂ ਉਹਨਾਂ ਦੇ ਮਨ ਵਿੱਚ ਬੈਠੇ ਹੋਏ ਹਾਂ। ਹੁਣ ਇਹ ਬੁੱਕ ਦੱਸਦੀ ਹੈ ਕਿ ਮਨ ਵਿੱਚ ਤੇ ਅਸੀਂ ਬੈਠ ਗਏ, ਲੇਕਿਨ ਤਨ ਤੇ ਧਨ ਵਿੱਚ ਕਦੋਂ ਬੈਠਾਂਗੇ, ਉਹ ਅਸੀਂ ਦੱਸਿਆ ਕਿਤਾਬ ਵਿੱਚ ਕਿ ਪਿਛਲੇ 20 ਸਾਲ ਵਿੱਚ ਅਸੀਂ ਅਫਰੀਕਾ ਵਿੱਚ ਕੀ ਕੀਤਾ, ਕਿੰਝ ਉਹਦੇ ਅਫਰੀਕਾ ਨੂੰ ਫਾਇਦਾ ਹੋਇਆ, ਤੇ ਅੱਗੇ ਜਾ ਕੇ ਸਾਨੂੰ ਕੀ ਕਰਨਾ ਚਾਹੀਦਾ। ਜਿਹੜੇ ਪੰਜਾਬੀ ਨੇ ਉਹ ਤਾਂ ਅਕਸਰ ਦੇਖਦੇ ਹਾਂ ਅਸੀਂ ਬਾਹਰ ਜਾ ਕੇ ਰਹਿਣ ਦੇ, ਬਾਹਰ ਜਾ ਕੇ ਕੰਮ ਕਰਨ ਦੇ ਕਾਫੀ ਹੁੰਦੇ ਨੇ ਸ਼ੌਕੀਨ, ਕਿ ਇਸ ਬੁੱਕ ਨੂੰ ਪੜ੍ਹ ਕੇ ਉਸ ਤੋਂ ਜਿਹੜੇ ਬਾਹਰ ਜਾ ਕੇ ਇਸ ਨੂੰ ਲੈ ਕੇ ਨੌਲੇਜ ਲੈਣਾ ਚਾਹੁੰਦੇ ਨੇ, ਪੂਰੀ ਉਹਨਾਂ ਨੂੰ ਇਸ ਚੀਜ਼ ਨੂੰ ਲੈ ਕੇ ਨੌਲੇਜ ਵੀ ਮਿਲ ਜਾਏਗੀ। ਹਾਊ ਟੂ ਡੂ ਬਿਜ਼ਨਸ ਨੌਲੇਜ ਜ਼ਰੂਰ ਮਿਲੇਗੀ, ਕਿਹੜੇ ਸੈਕਟਰ ਵਿੱਚ ਬਿਜ਼ਨਸ ਕਰੋ ਔਰ ਜ਼ਰੂਰ ਮਿਲੇਗੀ, ਬਟ ਹਾਊ ਟੂ ਮਾਈਗ੍ਰੇਟ ਅਨਫੋਰਚੂਨੇਟਲੀ ਇਹਦੇ ਵਿੱਚ ਨਹੀਂ ਹੈ। ਬਟ ਮੈਂ ਇਟਲੀ ਵਿੱਚ ਰਹਿ ਚੁੱਕਾ, ਜਰਮਨੀ ਵਿੱਚ ਰਹਿ ਚੁੱਕਾ, ਉੱਥੇ ਬਹੁਤ ਪੰਜਾਬ ਦੇ ਲੋਕ ਸਨ, ਉਹ ਆਉਂਦੇ ਸਨ, ਉੱਥੇ ਕੰਮ ਕਰਦੇ ਸਨ, ਉਹਨਾਂ ਨੇ ਚੰਗਾ ਨਾਂ ਕਮਾਇਆ ਸੀ, ਉਹ ਬਦਮਾਸ਼ੀ ਨਹੀਂ ਕਰਦੇ ਸਨ। ਇਹਦੇ ਤੁਹਾਨੂੰ ਮੈਨੂੰ ਬੜਾ, ਕਿਉਂਕਿ ਮੈਂ ਵੀ ਸਿੱਖ ਸੀ, ਇਟਲੀ 'ਚ ਮੈਂ ਡਿਪਟੀ ਅੰਬੈਸਡਰ ਸੀ, ਜਰਮਨੀ, ਅਗਰ ਉਹ ਬਦਮਾਸ਼ੀ ਕਰਦੇ ਤੇ ਮੈਨੂੰ ਸ਼ਰਮਿੰਦਗੀ ਹੁੰਦੀ, ਮੈਨੂੰ ਸ਼ਰਮਿੰਦਗੀ ਕਦੇ ਨਹੀਂ ਹੋਈ। ਇਹਦੇ ਲਈ ਮੈਨੂੰ ਬੜੀ ਖੁਸ਼ੀ ਸੀ। ਸਰ ਬੁੱਕਸ ਦੇ ਕਲਰ ਜੇ ਅਸੀਂ ਦੇਖੀਏ ਕਾਫੀ ਜ਼ਿਆਦਾ ਕਲਰਫੁਲ ਹੈ, ਸਰ ਨੇ ਪੜ੍ਹੀ ਹੋਈ ਹੈ, ਸਰ ਇਹਦੇ ਬਾਰੇ ਕੁਝ ਦੱਸੋ ਸਾਨੂੰ। ਇਹ ਜਿਹੜੀ ਮੇਰੀ ਕਿਤਾਬ ਹੈ, ਇਹ ਮੇਰੀ ਚੌਥੀ ਕਿਤਾਬ ਹੈ, ਇਹ ਜਰਮਨੀ ਵਿੱਚ ਲਿਖੀ ਗਈ ਸੀ। ਇਹ ਹੈਗਾ ਓਪਰਚੁਨਿਟੀ ਬੈਕਨਸ, ਮਤਲਬ ਇੰਡੀਆ ਤੇ ਜਰਮਨੀ ਵਿੱਚ ਕੀ ਕੀ ਓਪਰਚੁਨਿਟੀਜ਼ ਹੈਗੀਆਂ ਨੇ। ਤੇ ਉੱਪਰ ਹੈਗਾ ਮਿਊਨਿਕ, ਜਿਹੜਾ ਬਾਵੇਰੀਆ, ਉਹਨਾਂ ਦੀ ਟੋਪੀ ਹੈ, ਥੱਲੇ ਸਾਡੇ ਇੰਡੀਅਨ ਪਗੜੀ ਹੈ। ਅਸੀਂ ਦਿਖਾਇਆ ਕਿ ਦੋਨੋਂ ਦਾ ਮੇਲ ਹੋ ਸਕਦਾ ਹੈ। ਤੇ ਇਹਦੇ ਵਿੱਚ 15 ਜਰਮਨ ਤੇ 15 ਇੰਡੀਅਨ ਨੇ ਸਬਜੈਕਟ ਵਾਈਜ਼ ਲਿਖਿਆ ਕਿ ਅਸੀਂ ਕੋਆਪਰੇਸ਼ਨ ਕਿੱਥੇ ਵਧਾ ਸਕਦੇ ਹਾਂ। ਤੇ ਅਸੀਂ, ਮੇਰਾ ਆਪਣਾ ਚੈਪਟਰ ਇਹਦੇ ਤੇ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਦੇ ਹੈ। ਕਿਤੇ ਨਾ ਕਿਤੇ ਲੋਕ ਹਜੇ ਵੀ ਦੇਖੀਏ ਜੇ ਪੰਜਾਬ ਦੇ ਵਿੱਚ ਤੇ ਬਾਹਰ ਦੇ ਵਿੱਚ ਕਈ ਵਾਰ ਫਰਕ ਹੋ ਜਾਂਦਾ ਹੈ, ਮਤਲਬ ਨਹੀਂ ਕਰ ਸਕਦੇ। ਤੁਸੀਂ ਇਸ ਚੀਜ਼ ਨੂੰ ਕਾਫੀ ਜਿਹੜੇ ਤਰੀਕੇ ਨਾਲ ਜਿਹੜਾ ਦੱਸਿਆ ਕਿ ਹਰ ਇੱਕ ਲੋਕ ਬਰਾਬਰ ਨੇ, ਤੇ ਇਸ ਦੇ ਵਿੱਚ ਜਿਹੜੇ ਇਸ ਬੁੱਕ ਦੇ ਬਾਰੇ ਜੇ ਥੋੜਾ ਬਰੀਫ ਕਰਨਾ ਹੋਵੇ ਤਾਂ। ਦੇਖੋ, ਅਫਰੀਕਾ ਵਿੱਚ ਮੈਂ ਦੱਸਿਆ ਕਿ ਅਸੀਂ ਬਰਾਬਰ ਹਾਂ। ਹੁਣ ਅਗਰ ਤੁਸੀਂ ਜਰਮਨੀ ਜਾਂ ਯੂਰਪ ਜਾਓ, ਉੱਥੇ ਕਈ ਸੋਚ ਸਮਝਦੇ ਆ ਕਿ ਸਾਡਾ ਰਿਲੇਸ਼ਨ ਉੱਚ ਤੇ ਨੀਚ ਦਾ ਹੈ। ਐਜ਼ ਅ ਡਿਪਲੋਮੈਟ ਹਮੇਸ਼ਾ ਇਹੋ ਕੋਸ਼ਿਸ਼ ਕੀਤੀ ਕਿ ਅਸੀਂ ਨੀਚ ਨਾ ਆਈਏ, ਅਸੀਂ ਭਾਰਤ ਦਾ ਨਾਂ ਬਰਾਬਰੀ ਤੇ ਰੱਖੀਏ, ਤੇ ਉਹ ਅਸੀਂ ਇੱਥੇ ਕੀਤਾ। ਤੇ ਜਦੋਂ ਇਹ ਬੁੱਕ ਲਾਂਚ ਹੋਈ ਸੀ ਬਰਲਿਨ ਵਿੱਚ, ਮੇਰੇ ਨਾਲ ਬੜੇ ਉਮਦਾ ਜਰਮਨ ਖੜੇ ਹੋਏ ਜਿਨ੍ਹਾਂ ਨੇ ਇਹ ਕਿਤਾਬ ਵੀ ਲਿਖੀ ਸੀ, ਤੇ ਬਾਕੀ ਲੋਕ ਹੱਕੇ ਪੱਕੇ ਰਹਿ ਗਏ ਕਿ ਇੰਨੇ ਜਰਮਨ ਵੱਡੇ ਤੁਹਾਡੇ ਨਾਲ ਖੜੇ ਹੋ ਗਏ ਇੱਥੇ ਆ ਕੇ। ਮੈਂ ਕਿਹਾ ਇਹ ਸਾਡੀ ਬਰਾਬਰੀ ਹੈ। ਉਹ ਵੀ ਸਮਝਦੇ ਨੇ ਕਿ ਇੰਡੀਆ ਕੀ ਹੈ। ਤੇ ਇੱਕ ਚੀਜ਼ ਮੈਂ ਦੱਸੀ ਉਹਨਾਂ ਨੂੰ, ਸਭ ਕਹਿੰਦੇ ਜੀ ਜਰਮਨ ਇਨਵੈਸਟਮੈਂਟ ਇੰਡੀਆ ਵਿੱਚ ਬਹੁਤ ਹੈ। ਮੈਂ ਕਿਹਾ ਹਾਂ 9 ਬਿਲੀਅਨ ਯੂਰੋ ਦੀ ਹੈ, ਲੇਕਿਨ ਮੈਂ ਇੱਕ ਸਟੱਡੀ ਕਰਾਈ ਕਿ ਇੰਡੀਅਨ ਇਨਵੈਸਟਮੈਂਟ ਜਰਮਨੀ ਵਿੱਚ ਕਿੰਨੀ ਹੈ, 11 ਬਿਲੀਅਨ ਯੂਰੋ। ਸਾਡੀ ਇਨਵੈਸਟਮੈਂਟ ਜ਼ਿਆਦਾ ਹੈ ਉਹਨਾਂ ਨਾਲੋਂ, ਇਹ ਕਿਸੇ ਨੂੰ ਪਤਾ ਨਹੀਂ ਸੀ। ਤਾਂ ਮੈਂ ਕਿਹਾ ਅਸੀਂ ਬਰਾਬਰ ਨਹੀਂ ਹੈਗੇ, ਤੁਹਾਡੇ ਨਾਲੋਂ ਵੱਧ ਕਰ ਰਹੇ ਹਾਂ। ਇੰਡੀਆ ਸਾਰਿਆਂ ਨਾਲੋਂ ਅੱਗੇ ਹੈ, ਮਤਲਬ ਇਹ ਹਾਂ। ਤੇ ਦੂਸਰਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਜੋ ਉੱਥੇ ਇਮੇਜ ਹੋਏ ਉਹ ਚੰਗਾ ਹੋਏ। ਅਗਰ ਸਾਡਾ ਇਮੇਜ ਚੰਗਾ ਹੋਏ ਤਾਂ ਉਹ ਇੰਡੀਅਨਸ ਨੂੰ ਵੈਲਕਮ ਕਰਦੇ ਨੇ। ਤੇ ਜਦੋਂ ਮੈਂ ਗਿਆ ਸੀ ਤਾਂ ਉਦੋਂ 4-5 ਹਜ਼ਾਰ ਇੰਡੀਅਨ ਸਟੂਡੈਂਟ ਜਰਮਨੀ ਵਿੱਚ ਸੀ, ਹੁਣ 25,000। ਮਤਲਬ ਇੰਡੀਆ ਹਮੇਸ਼ਾ ਹਰ ਦੇਸ਼ਾਂ ਵਿੱਚ ਅੱਗੇ ਵਧਦਾ ਹੋਇਆ ਦਿਖ ਰਿਹਾ। ਅੱਗੇ ਵਧਦੇ ਬਿਲਕੁਲ। ਸਰ ਕਿਤੇ ਨਾ ਕਿਤੇ ਬੁੱਕਸ ਜਿਹੜੀਆਂ ਨੇ ਇਹੀ ਚੀਜ਼ ਨੂੰ ਅੱਗੇ ਕਰਨ ਲਈ ਆਈਆਂ ਨੇ, ਮਤਲਬ ਯੂਥ ਸਾਡਾ ਕਿਸ ਤਰ੍ਹਾਂ ਅੱਗੇ ਵਧੇਗਾ। ਹਾਂ, ਉਹ ਯੂਥ ਨੂੰ ਮਦਦ ਕਰਨ ਲਈ ਵੀ ਅਸੀਂ ਇਹ ਕਿਤਾਬਾਂ ਲਿਖੀਆਂ ਨੇ। ਇਹ ਦੋਨੋਂ ਕਿਤਾਬਾਂ ਇੰਡੀਆ ਵਿੱਚ ਅਵੇਲੇਬਲ। ਸਰ ਹੁਣ ਸਾਡੇ ਨਾਲ ਕੁਕਰੇਜਾ ਸਰ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਣਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਕੀ ਕਹਿਣਾ ਚਾਹੋਗੇ, ਸਰ ਇੱਥੇ ਆਏ ਨੇ, ਕਿਸ ਤਰ੍ਹਾਂ ਦਾ ਲੱਗਿਆ, ਕਿਸ ਤਰ੍ਹਾਂ ਦਾ ਮਾਹੌਲ ਬਣਿਆ ਰਿਹਾ? ਆਈ ਥਿੰਕ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਐਂਬੈਸਡਰ ਗੁਰਜੀਤ ਸਿੰਘ ਜੀ, ਜਿਨ੍ਹਾਂ ਨੇ ਇੰਨੇ ਮੁਲਕਾਂ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਐਜ਼ ਐਂਬੈਸਡਰ, ਐਂਡ ਉਹ ਅੱਜ ਸਾਡੇ ਵਿੱਚ ਆਏ ਨੇ। ਐਂਡ ਇਟਸ ਅ ਬਿਗ ਆਨਰ ਫॉर ਅਸ
ਕਿ ਉਹ ਇੱਥੇ ਹੈਗੇ ਨੇ। ਮਤਲਬ ਲੋਕਾਂ ਨੂੰ ਇੱਥੇ ਕਾਫੀ ਇਨਸਪੀਰੇਸ਼ਨ ਮਿਲੀ ਹੋਏਗੀ ਇਸ ਬੁੱਕਸ ਨੂੰ ਦੇਖ ਕੇ, ਕਿਉਂਕਿ ਹਰ ਇੱਕ ਅਲੱਗ-ਅਲੱਗ ਜਗ੍ਹਾ ਦਾ ਜੋ ਇੰਡੀਆ ਨਾਲ ਕੰਪੇਅਰ ਕੀਤਾ, ਇੰਡੀਆ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤਾ, ਇਹ ਚੀਜ਼ਾਂ ਮਤਲਬ ਕਿਸ ਤਰ੍ਹਾਂ ਜਾਂ ਜੋ ਇਹਨਾਂ ਦਾ ਯੋਗਦਾਨ ਹੈਗਾ ਜੀ ਇੰਡੀਆ ਦੇ ਬਿਜ਼ਨੈਸਿਸ ਨੂੰ ਕਿਵੇਂ ਬੈਨੀਫਿਟ ਮਿਲੇ ਅਫਰੀਕਾ ਵਿੱਚ ਤੇ ਯੂਰਪ ਵਿੱਚ, ਉਹ ਬਹੁਤ ਹੀ ਟ੍ਰਿਮੈਂਡਸ ਹੈਗਾ। ਐਂਡ ਅਸੀਂ ਜਿੰਨੀ ਇਹਨਾਂ ਦੀ ਸ਼ਲਾਘਾ ਕਰੀਏ ਉਹਨਾਂ ਘੱਟ ਹੈ ਜੀ। ਸਾਡਾ ਯੂਥ ਕਿਤੇ ਨਾ ਕਿਤੇ ਹੁਣ ਇਸ ਨੂੰ ਲੈ ਕੇ ਅੱਗੇ ਵਧੇਗਾ, ਇੰਸਪਾਇਰ ਹੋਏਗਾ। Absolutely, not just the youth, but larger business houses. For example, Hero Cycles and all the big Trident Group, they can actually have this book be read and see ਕਿ ਅਸੀਂ ਕਿਵੇਂ ਅਫਰੀਕਾ ਵਿੱਚ ਇਸ ਬੁੱਕ ਤੋਂ ਸਿੱਖ ਕੇ ਅਫਰੀਕਾ ਦੇ ਵਿੱਚ ਹੋਰ ਵਧਾ ਸਕਦੇ ਹਾਂ। ਐਂਡ obviously ਉਹਦੇ ਨਾਲ ਯੂਥ ਬੈਨੀਫਿਟ ਕਰੇਗਾ, ਬਿਜ਼ਨਸ ਵਧੇਗਾ ਤੇ ਯੂਥ ਨੂੰ ਇੰਪਲੋਇਮੈਂਟ ਮਿਲੇਗੀ, ਭਾਵੇਂ ਉਹ ਅਫਰੀਕਾ ਦਾ ਯੂਥ ਹੋਵੇ ਭਾਵੇਂ ਇੰਡੀਆ ਦਾ ਯੂਥ ਹੋਵੇ। ਸੋ ਆਈ ਥਿੰਕ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਜੋ ਇਹਨਾਂ ਦਾ ਕੰਮ ਹੈਗਾ ਉਹਦੀ ਜਿੰਨੀ ਤਾਰੀਫ ਕੀਤੀ ਜਾਵੇ, ਆਈ ਥਿੰਕ ਵਾਟ ਹੀ ਇਜ਼ ਡੂਇੰਗ ਇਜ਼ ਐਕਚੁਅਲੀ ਨਾ ਰੀਅਲ ਔਨ ਦ ਕੋਰਟ ਸਿੱਖੀ ਨੂੰ ਫੋਲੋ ਕਰ ਰਹੇ ਨੇ ਕਿ ਜੋ ਇਹਨਾਂ ਨੂੰ ਗਿਆਨ ਗੁਰੂ ਨੇ ਬਖਸ਼ਿਆ, ਜੋ ਇਹਨਾਂ ਨੂੰ ਮਾਨ ਗੁਰੂ ਨੇ ਬਖਸ਼ਿਆ ਪੂਰੇ ਵਰਲਡ ਵਿੱਚ, ਵਰਲਡ ਨੂੰ ਸਮਝਣ ਦਾ ਵਕਤ ਜਿਹੜਾ ਵੱਲ ਸੀਗਾ ਉਹ ਇਹਨਾਂ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਬੁੱਕਸ ਦੇ ਰਾਹੀਂ। ਸਭ ਤੋਂ ਵੱਡੀ ਗੱਲ ਹੈ ਕਿ ਚਾਹੇ ਕਿੱਥੇ ਵੀ ਰਹੋ ਆਪਣੇ ਕਲਚਰ ਨੂੰ ਨਾ ਭੁੱਲੋ। ਐਬਸੋਲੂਟਲੀ ਸਰ ਤੁਸੀਂ ਹੁਣ ਸਾਡੇ ਵਿਊਅਰਸ ਨੂੰ ਕੀ ਕਹਿਣਾ ਚਾਹੋਗੇ ਆਪਣੀ ਬੁੱਕਸ ਬਾਰੇ, ਤੇ ਜਿਹੜੇ ਸਾਡਾ ਯੂਥ ਹੈ ਇਸ ਚੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹੇ ਤੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਮਿਲੇ। ਮੈਂ ਤੇ ਚਾਹਾਂਗਾ ਕਿ ਜੋ ਕੰਟਰੀਜ਼ ਵਿੱਚ ਮੈਂ ਕੰਮ ਕੀਤਾ ਤੇ ਮੈਂ ਬੁੱਕਸ ਲਿਖੀਆਂ, ਅਗਰ ਜ਼ਿਆਦਾ ਲੋਕ ਪੜ੍ਹਨ, ਕਿਉਂਕਿ ਇਹ ਕੰਟਰੀਜ਼ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ ਹੈ ਨਾ, ਇਹ ਕੰਟਰੀਜ਼ ਵਿੱਚ ਓਪਰਚੁਨਿਟੀ ਬਹੁਤ ਹੈ ਤੇ ਮੈਂ ਚਾਹੁੰਦਾ ਕਿ ਅਗਰ ਉਹ ਇਹ ਕਿਤਾਬਾਂ ਪੜ੍ਹਨ ਤੇ ਜੋ ਲਿਖੇ ਨਾ ਓਪਰਚੁਨਿਟੀ ਬੈਕਨਸ, ਓਪਰਚੁਨਿਟੀ ਇਜ਼ ਕਾਲਿੰਗ ਯੂ, so that is my objective ਕਿ read my books, opportunity is calling you, grasp that opportunity। ਥੈਂਕ ਯੂ ਸਰ। ਸੋ ਬਿਲਕੁਲ ਅੱਜ ਅਸੀਂ ਪਹੁੰਚੇ ਸੀ ਇੱਥੇ ਤੇ ਲੁਧਿਆਣੇ ਵਿੱਚ ਤੁਸੀਂ ਦੇਖੋਗੇ ਗੁਰਜੀਤ ਸਿੰਘ ਜੀ ਪਹੁੰਚੇ ਨੇ ਆਪਣੀ ਬੁੱਕਸ ਨੂੰ ਲੈ ਕੇ, ਤੇ ਕਾਫੀ ਜ਼ਿਆਦਾ ਲੋਕਾਂ ਨੂੰ ਇਸ ਨੂੰ ਲੈ ਕੇ ਇਨਸਪੀਰੇਸ਼ਨ ਮਿਲ ਸਕਦੀ ਹੈ ਤੇ ਅਲੱਗ-ਅਲੱਗ ਜਿਹੜੇ ਕਲਚਰ ਨੇ ਉਸ ਨੂੰ ਲੈ ਕੇ ਜਾਣਕਾਰੀ ਵੀ ਮਿਲ ਸਕਦੀ ਹੈ। ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਤੁਸੀਂ ਸਾਡੇ ਨਾਲ ਬਣੇ ਰਹੋ ਤੇ ਇੱਦਾਂ ਹੀ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ। ਕੈਮਰਾ ਪਰਸਨ ਕਰਨ ਕੁਮਾਰ ਦੇ ਨਾਲ ਮੈਂ ਨਿਧੀ ਵਰਮਾ।